ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰਸਿੱਖੋ, ਪਿੱਛੇ ਕੀਤੀਆਂ ਹੋਈਆਂ ਮੇਰੀਆਂ ਆਪਣੀਆਂ ਕਥਾਵਾਂ, ਜਿਨ੍ਹਾਂ ਵਿੱਚ ਕਈ ਸਵਾਲ ਨੇ ਜਿਨ੍ਹਾਂ ਦਾ ਮੈਨੂੰ ਪਤਾ ਹੈ, ਕਈ ਪ੍ਰਸ਼ਨ ਹਨ ਜਿਨ੍ਹਾਂ ਦੇ ਜਵਾਬ ਦੇਣੇ ਬਣਦੇ ਹਨ। ਮੈਂ ਉਹਨਾਂ ਦੇ ਜਵਾਬ ਦੇਣ ਤੋਂ ਪਹਿਲਾਂ ਅੱਜ ਇੱਕ ਅਲੱਗ ਵਿਸ਼ਾ ਹੈ, ਉਹਦੇ 'ਤੇ ਗੱਲ ਕਰਨਾ ਬਿਹਤਰ ਸਮਝਾਂਗਾ। ਗੱਲ 1975-76 ਦੀ ਹੋਣੀ ਹੈ, ਜਦੋਂ ਮੈਂ ਪ੍ਰੈਪ ਕਲਾਸ ਵਿੱਚ ਦਿਆਲ ਸਿੰਘ ਕਾਲਜ ਵਿੱਚ ਪੜ੍ਹਦਾ ਸਾਂ। ਮੈਂ ਨੇਵੀ ਬਲੂ ਰੰਗ ਦੀ ਪੱਗ ਮੈਂ ਸਿਰ 'ਤੇ ਬੱਧੀ। ਨੇਵੀ ਬਲੂ ਮੇਰੀ ਪੈਂਟ ਹੁੰਦੀ ਸੀ ਉਸ ਟਾਈਮ। ਉਸ ਦਿਨ ਵਾਈਟ ਕਮੀਜ਼ ਸੀ, ਕਿਉਂਕਿ ਮੈਂ ਜ਼ਿਆਦਾ ਕੰਟਰਾਸਟ ਹੀ ਪਾਇਆ, ਮੈਚਿੰਗ ਬਹੁਤ ਘੱਟ। ਜੇ ਪੱਗ ਗੂੜੀ ਹੈ ਅਤੇ ਕਮੀਜ਼ ਫਿੱਕੀ ਅਤੇ ਪੈਂਟ ਵੀ ਗੂੜੀ, ਐਵੇਂ ਕਰਕੇ। ਮੇਰੀ ਬੇਬੇ ਆਂਦੀ ਏ, ਅੱਜ ਤੇ ਮੇਰੇ ਪੁੱਤਰ ਨੇ ਪਿਓ ਦੇ ਦਾਦੇ ਵਾਲੀ ਬੰਨ੍ਹ ਲਈ, ਪਿਓ ਦੇ ਦਾਦੇ ਵਾਲੀ। ਮੈਂ ਪੁੱਛਿਆ ਵੀ ਬੇਬੇ ਕੀ ਗੱਲ? ਆਂਦੀ ਪੁੱਤਰ, ਤੇਰੇ ਪਿਓ ਦਾ ਦਾਦਾ ਯਾਨੀ ਕਿ ਤੇਰਾ ਪੜਦਾਦਾ ਅਕਾਲੀ ਸੀ। ਚਲੋ, ਉਸ ਤੋਂ ਬਾਅਦ ਮੈਨੂੰ ਮੇਰੇ ਪਿਤਾ ਜੀ ਨੇ ਦੱਸਿਆ ਕਿ ਜਦੋਂ ਨਨਕਾਣਾ ਸਾਹਿਬ ਗੁਰਦੁਆਰਾ ਆਜ਼ਾਦ ਕਰਵਾਇਆ ਗਿਆ ਨਾ, ਪਹਿਲਾ ਜਥਾ ਭਾਈ ਲਛਮਣ ਸਿੰਘ ਦਾ ਸਾਰਾ ਹੀ ਮਹੰਤ ਨਰੈਣੂ ਨੇ ਸ਼ਹੀਦ ਕਰ ਦਿੱਤਾ ਸੀ। ਇਹ ਦੂਜਾ ਜਥਾ ਗਿਆ ਸੀ। ਉਸ ਤੋਂ 1, 2 ਜਾਂ 3 ਦਿਨ ਬਾਅਦ ਕਰਤਾਰ ਸਿੰਘ ਝੱਬਰ ਦੀ ਅਗਵਾਈ 'ਚ ਮੁੱਖ ਉਹ ਸਨ, ਪਰ ਉਸ ਜਥੇ ਦੇ 5 ਜਥੇਦਾਰ ਸਨ, ਪਰ ਅਗਵਾਈ ਕਰਤਾਰ ਸਿੰਘ ਝੱਬਰ ਹੀ ਕਰ ਰਹੇ ਸਨ। ਉਹਨਾਂ ਵਿੱਚ 5 ਜਥੇਦਾਰਾਂ ਵਿੱਚ ਇੱਕ ਜਥੇਦਾਰ ਭਾਈ ਲੱਖਾ ਸਿੰਘ ਸੀ, ਉਹ ਮੇਰਾ ਪੜਦਾਦਾ ਸੀ। ਤੇ ਉਹ 2200 ਦਾ ਜਥਾ ਇਕੱਠਾ ਹੋਇਆ। ਇਕੱਠ ਹੈਡ ਤੇ ਹੋਇਆ ਤੇ ਹੈਡ ਤੇ ਲੀਕ ਮਾਰ ਦਿੱਤੀ ਗਈ ਵੀ ਜਿਨ੍ਹਾਂ ਨੂੰ ਆਪਣੀਆਂ ਜਾਨਾਂ ਪਿਆਰੀਆਂ ਹਨ, ਉਹ ਲੀਕ ਨਾ ਟੱਪਣ। ਪਰ ਦੱਸਣ ਅਨੁਸਾਰ ਕੋਈ ਇੱਕ ਵੀ ਸਿੱਖ ਉਸ ਲੀਕ ਤੋਂ ਪਿੱਛੇ ਨਾ ਰਿਹਾ, ਸਾਰੀ ਲੀਕ ਟੱਪ ਗਏ ਕੁਰਬਾਨੀਆਂ ਦੇਣ ਵਾਸਤੇ। ਮੇਨ ਮਕਸਦ ਕੁਰਬਾਨੀ ਦੇਣਾ ਨਹੀਂ ਸੀ, ਮੇਨ ਮਕਸਦ ਗੁਰਦੁਆਰੇ ਨੂੰ ਆਜ਼ਾਦ ਕਰਵਾਉਣਾ ਸੀ, ਬੇਸ਼ੱਕ ਕੁਰਬਾਨੀ ਵੀ ਹੋ ਜਾਏ। ਤੇ ਉਸ ਜਥੇ ਵਿੱਚ ਸਾਡੇ ਘਰ ਦੇ 12 ਜੀ ਸਨ। ਭਾਈ ਲੱਖਾ ਸਿੰਘ, ਉਹਨਾਂ ਦੇ 4 ਪੁੱਤਰ, ਇੱਕ ਉਹਨਾਂ ਦੇ ਚਾਚੇ ਦੇ ਪੁੱਤਰ ਭਰਾ ਦਾ ਵੱਡਾ ਪੁੱਤਰ ਮਾਨ ਸਿੰਘ, ਸਨ ਆਫ ਲਾਭ ਸਿੰਘ। ਲਾਭ ਸਿੰਘ ਤੇ ਬਾਪੂ ਲਾਭ ਸਿੰਘ ਤੇ ਬਾਪੂ ਲੱਖਾ ਸਿੰਘ, ਇਹ ਆਪਸੇ ਚਾਚੇ ਬਾਬੇ ਦੇ ਪੁੱਤਰ ਭਰਾ ਸਨ। ਇਹ ਉਹਨਾਂ ਦੇ ਚਾਚੇ ਦਾ ਪੁੱਤਰ ਸੀ, ਲਾਭ ਸਿੰਘ, ਮਾਨ ਸਿੰਘ। ਤੇ ਉਸ ਟਾਈਮ ਸਾਡਾ ਕਾਰੋਬਾਰ ਇਕੱਠਾ ਸੀ। ਕਾਰੋਬਾਰ ਇਕੱਠਾ ਕੀ, ਮੇਰਾ ਪੜਦਾਦਾ ਤੇ ਮੇਰਾ ਦਾਦਾ ਬਚਪਨ ਵਿੱਚ ਸੀ, ਤੇ
ਉਹ ਚਲੇ ਗਏ ਸਨ ਇਸ ਸੰਸਾਰ ਤੋਂ। ਸਾਰਾ ਕਾਰੋਬਾਰ ਭਾਈ ਲੱਖਾ ਸਿੰਘ ਦੇ ਹੱਥ 'ਚ ਹੀ ਸੀ। ਇਹਨਾਂ ਨੂੰ 7 ਸਾਲ ਸਜ਼ਾ ਹੋਈ ਤੇ ਬਾਕੀਆਂ ਨੂੰ 2.5 ਸਾਲ ਸਜ਼ਾ ਹੋਈ। ਮੁਲਤਾਨ ਦੀ ਜੇਲ੍ਹ ਵਿੱਚ ਇਹਨਾਂ ਸਜ਼ਾ ਭੋਗੀ। 4 ਸਾਲ ਕੱਟ ਕੇ ਜਦੋਂ ਵਾਪਸ ਆਏ ਤੇ ਪੂਰਾ ਅਕਾਲੀ ਦਲ ਉਹਨਾਂ ਨੂੰ ਲੈ ਕੇ ਆਇਆ ਉੱਥੋਂ, ਮੁਲਤਾਨ ਦੀ ਜੇਲ੍ਹ ਤੋਂ। ਪਿੱਛੇ ਕਾਰੋਬਾਰ 'ਚ ਬਹੁਤ ਮੋਟਾ ਨੁਕਸਾਨ ਹੋਇਆ। ਬਿਜ਼ਨਸ ਮਾਈਂਡਡ ਸਨ ਉਹ। ਉਹਨਾਂ ਪੱਠਾ ਲਾਇਆ ਸੀ, ਪੱਠਾ ਜੇ ਲੱਗਾ ਹੀ ਸੀ ਤੇ ਇੱਧਰ ਗ੍ਰਿਫਤਾਰੀ ਦੇਣੀ ਪੈ ਗਈ। ਅੜ੍ਹ ਦੀ ਦੁਕਾਨ ਵੀ ਕੀਤੀ ਸੀ। ਆਂਦੇ ਸਨ ਵੀ ਭਾਈ ਨੇ ਸ਼ੇਖਪੁਰੇ ਅੜ੍ਹ ਦੀ ਹੱਟੀ ਕੀਤੀ ਹੈ, ਉਹ ਵੀ ਬਿਜ਼ਨਸ ਠੱਪ ਹੋ ਗਿਆ, ਮੋਟਾ ਨੁਕਸਾਨ ਹੋਇਆ। ਤੇ ਜਦੋਂ ਜ਼ਮੀਨ ਵੰਡੀ ਤੇ ਉਹ ਜ਼ਮੀਨ ਜਿਹਦੇ 'ਚ ਪੱਠਾ ਲਾਇਆ ਸੀ ਮੇਰੇ ਦਾਦੇ ਨੂੰ ਆ ਗਈ। ਵੇਖ ਲਓ ਫਿਰ ਉਸ ਪੱਠੇ ਲੱਗੇ ਹੋਏ ਵਾਲੀ ਜ਼ਮੀਨ ਨੂੰ ਆਬਾਦ ਕਰਨਾ ਕਿੰਨਾ ਔਖਾ ਹੁੰਦਾ। ਮੇਰਾ ਮਤਲਬ ਹੈ ਕਿ ਸਾਡਾ ਮੋਟਾ ਨੁਕਸਾਨ ਹੋਇਆ ਉਹਦੇ 'ਚ, ਕਾਫੀ ਵੱਡਾ ਯੋਗਦਾਨ ਹੈ ਸਾਡਾ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣ 'ਚ। ਤੇ ਫਿਰ ਉਹਨਾਂ ਦਾ ਸੁਭਾਅ ਕੁਛ ਐਵੇਂ ਦਾ ਸੀ। ਮੇਰਾ ਪਿਓ ਮੈਨੂੰ ਦੱਸਦਾ ਹੈ, ਆਂਦਾ ਪੁੱਤਰ ਉਹ ਜਿਹੜਾ ਸਾਡੇ ਵਾਲਾ ਸੀ ਨਾ, ਉਹ ਤਾਂ ਕਿਧਰੇ ਕਦੀ ਗਿਆ ਹੀ ਨਹੀਂ ਸੀ। ਮਤਲਬ ਕਿ ਕੋਈ ਕਲੇਮ ਨਹੀਂ ਕੀਤਾ ਉਹਨਾਂ। ਤੇ ਮੈਂ ਹੱਸ ਕੇ ਉਹਨਾਂ ਨੂੰ ਆਖਿਆ, ਮੈਂ ਕਿਹਾ ਵੀ ਮੇਰੇ ਵਰਗੇ ਹੋਣਾ ਹੈ। ਆਂਦਾ ਹੋਣਾ ਹੈ ਇਹ ਸਾਡੀ ਆਪਣੀ ਬੋਲੀ ਹੈ। ਮੈਂ ਸੇਮ ਵਰਡਿੰਗ ਮੈਂ ਤਾਂ ਹੀ ਦੱਸ ਸਕਣਾ ਜੇ ਮੈਂ ਉਸੇ ਹਿਸਾਬ ਨਾਲ ਹੀ ਬੋਲਾਂਗਾ। ਤੇ ਉਹ ਆਂਦਾ ਨਾ, ਮੈਂ ਆਪਣੀ ਰੱਖੀ ਹੋਈ ਅਣਖ ਦਾ ਮੁੱਲ ਮੰਗਾਂ ਕਿਸੇ ਕੋਲੋਂ, ਪਰ ਮੈਨੂੰ ਥੋੜ੍ਹਾ ਜਿਹਾ ਅਕਾਲੀ ਪਿਛੋਕੜ ਦਾ ਮਾਣ ਹੈ। ਪਰ ਇਸ ਅਕਾਲੀ ਦਲ ਤੋਂ ਮੈਨੂੰ ਕੀ ਮਿਲਿਆ? ਅਕਾਲੀ ਬਹੁਤ ਵੱਡਾ ਅਰਥ ਹੈ ਅਕਾਲੀ ਦਾ। ਉਹ ਹਸਤੀ ਜਿਹਦਾ ਸਮੇਂ, ਜਿਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੁੰਦਾ, ਜਿਹਦੀ ਹਸਤੀ ਕਦੀ ਖਤਮ ਨਹੀਂ ਹੋ ਸਕਦੀ, ਜਿਹਦੀ ਮੌਤ ਨਹੀਂ ਹੋ ਸਕਦੀ, ਉਹਦਾ ਅਨੁਸਾਰੀ ਉਹ ਅਕਾਲੀ ਹੁੰਦਾ ਹੈ। ਉਹਦੇ ਅਨੁਸਾਰ ਚੱਲਣ ਵਾਲਾ, ਉਹਦਾ ਪੁਜਾਰੀ, ਉਹਦੇ ਕਹਿ 'ਚ ਚੱਲਣ ਵਾਲਾ, ਦੂਜਿਆਂ ਲਫ਼ਜ਼ਾਂ ਵਿੱਚ ਗੁਰਮੁਖ, ਉਸ ਪਰਮਾਤਮਾ ਦੇ ਕਹਿ ਵਿੱਚ ਚੱਲਣ ਵਾਲਾ, ਉਹਦੀ ਪੂਜਾ ਕਰਨ ਵਾਲਾ ਗੁਰਮੁਖ। ਗੁਰਬਾਣੀ ਵਿੱਚ ਉਹਨੂੰ ਗੁਰਮੁਖ ਕਿਹਾ ਗਿਆ ਹੈ। ਤੇ ਗੁਰਮੁਖ ਦੀ ਤੁਲਨਾ ਬਹੁਤ ਮਹਾਨ ਸ਼ਖਸੀਅਤ ਨਾਲ ਕੀਤੀ ਗਈ ਹੈ। ਉਹਦਾ ਮੈਨੂੰ ਕੀ ਮਾਣ? ਅੱਜ ਦੇ ਅਕਾਲੀ ਦਲ ਨੇ ਮੈਨੂੰ ਕੀ ਦਿੱਤਾ? ਇੱਕ ਸਿੱਖ ਹੋਣ ਦੇ ਨਾਤੇ ਮੈਂ ਕਹਿ ਰਿਹਾ, ਅਕਾਲੀ ਹੋਣ ਦੇ ਨਾਂ ਤੇ ਇੱਕ ਕਲੰਕ, ਇਹ ਮੈਂ ਅੱਜ ਦੇ ਅਕਾਲੀ ਦਲ ਨੂੰ ਕਹਿ ਰਿਹਾ। ਇਸ ਤੋਂ ਬਾਅਦ ਮੈਂ ਕੁਝ ਨਹੀਂ ਆਖ ਸਕਦਾ। ਹੁਣ ਇਕੱਲੇ ਬਾਦਲ ਦਲ ਦਾ ਨਹੀਂ, ਇਕੱਲੇ ਬਾਦਲ ਪਰਿਵਾਰ ਦਾ ਕਸੂਰ ਨਹੀਂ ਉਹਦੇ ਵਿੱਚ। ਚੋਰ ਦਾ ਸਾਥ ਦੇਣ ਵਾਲਾ ਵੀ ਓਨਾ ਹੀ ਗੁਨਾਹਗਾਰ ਹੁੰਦਾ ਹੈ। ਯਾਨੀ ਕਿ ਅੱਜ ਦਾ ਮੇਰਾ ਵਿਸ਼ਾ ਇਹ ਵੇ ਕਿ ਮੈਨੂੰ
सिख होने के नाते राजनीति तो की मिलिया। 1979-80 विच मैं यूथ कांग्रेस ज्वाइन कर ली। कांग्रेस ये नहीं कह सकते कि आखिरी सावां ते सी, उन्हां दा आखिरी साह भी निकल चुकिया सी। कांग्रेस खत्म हो चुकी सी हिंदुस्तान विचों, कांग्रेस मुक्त हिंदुस्तान हो चुका सी। संजय गांधी की मौत तो बाद राजीव गांधी नूं बाहरों बुलाया गया। असां कांग्रेस नूं दोबारा उहदे विच साह चलाउण वास्ते, उहदी होंद नूं कुछ चुकण वास्ते काफ़ी रोल निभाया, जिवें कि बाकी लोगों ने। उहदे चों मैनूं की मिलिया? डबल 84, एक 84 हरमंदर साहब ते अटैक वाली, एक 84 पूरे हिंदुस्तान विच सिखां दा कतलो गारत, नस्ल कुशी, ये मिलिया मैनूं। उन्नीस सौ 47 तो लैके अज तक एक साइलेंट घल्लूकारा, इन्हूं मैं साइलेंट घल्लूकारे का नाम देना। इन्ने लोग ते छोटे घल्लूकारे ते वड्डे घल्लूकारियां में भी शहीद नहीं किए गए होने, जिन्हें 47 तो लैके अज तक शहीद हो चुके ने अलग अलग तरीकों नाल। मैं थोड़ी देर वास्ते कम्युनिस्ट विचारधारा नाल भी 2 महीना डेढ़ ही मैं सहमत रहा, पर मैं उत्थे की वेख्या, ये चिट्टे दिन नूं काली बोली रात कहने वाले लोग, अपनी गल गलत ते भी अड़िग रहने वाले लोग, जिन्हां दा कोई दीन धर्म ही नहीं। महीने डेढ़ तो ज़्यादा नहीं मैं चल सकिया। खो के खाण में विश्वास रखने वाले लोग, इन्हां नूं मैं एक लफज भी दिता सी उस वक्त, पर मेरी जमीर अलाउ नहीं करती कि मैं इहो जिहा लफज इन्हां वास्ते बोलां। पर हुण 2000 तो बाद ये लम्मियां लम्मियां चिट्टियां कुर्तियां वाले गल मॉडल टाउन गुरुद्वारे करनाल दी है, छोटा जिहा क्लीनिक चलाते ने। मैं उत्थे बैठा सा, डॉक्टर को अंदर बैठा सा, ये 2 बंदे आए, दन दनांदे आए, चंगे लम्मियां ना कुर्तियां पाइयां ते सीधे अंदर वड़ गए, कोई पर्ची नहीं। कहने लगे सानू दवाई दो पहला। वो लेडी डॉक्टर सी, उन्हें आख्या पर्ची कटाओ, उन्हें भी असी तीसरे लेने। उन्होंने फिर की ना दोगे? मुस्टंडे। कमाल है। चलो खैर, करप्शन तो तंग जो कि सारी दुनिया ही है, 100 का 100% लोग करप्शन तो तंग ने। वो ही नहीं तंग 2% लोग जेडे खुद करते हैं राजनीतिक और ये अफसर से, ये खुश होंगे, बाकी नहीं। अन्ना हजारे की जो गिरफ्तारी हुई, मैं भी गिरफ्तारी दी। मैं करनाल मॉडल टाउन रहिंदा सा, शुगर का मैं मरीज हाँ। सवेरे 5, 5:30 वाली जी सब तो पहली ट्रेन आती वो फड़नी सी,
ਸਵੇਰੇ ਸਵੇਰੇ ਮਾਡਲ ਟਾਊਨ ਤੋਂ ਕੋਈ ਵਹੀਕਲ ਰੇਲਵੇ ਸਟੇਸ਼ਨ ਨਹੀਂ ਸੀ ਜਾਂਦਾ। ਮੈਂ ਪੈਦਲ ਹੀ ਘਰੋਂ ਨਿਕਲਿਆ ਛਤਰੀ ਲੈ ਕੇ, ਕਿਉਂਕਿ ਛੋਟਾ ਛੋਟਾ ਕਣੀਆਂ ਦਾ ਮੀਂਹ ਵੀ ਪੈਂਦਾ ਪਿਆ ਸੀ। ਤੋੜ ਤੱਕ ਭੇਜਦਾ ਗਿਆ। ਮੇਰੇ ਪੈਰਾਂ ਵਿੱਚ ਬਰੀਕ ਰੋੜੀਆਂ ਵੀ ਵੜ ਗਈਆਂ। ਸ਼ੂਗਰ ਦੇ ਮਰੀਜ਼ ਵਾਸਤੇ ਇਹ ਰੇਗ ਮਾਰ ਦਾ ਕੰਮ ਕਰਦੀਆਂ ਨੇ, ਪੈਰ ਹੀ ਵੱਡੇ ਜਾਂਦੇ ਨੇ, ਔਰ ਮੇਰੇ ਪੈਰ ਜ਼ਖਮੀ ਹੋਏ ਸਨ। ਰੇਲ ਤੇ ਚੜ੍ਹ ਕੇ ਮੈਨੂੰ ਕੋਈ ਪਤਾ ਨਹੀਂ ਗ੍ਰਿਫਤਾਰੀ ਕਿੱਥੇ ਦੇਣੀ ਹੈ। ਮੈਂ ਸ਼ੀਸ਼ਗੰਜ ਸਾਹਿਬ ਗੁਰਦੁਆਰੇ ਗਿਆ, ਕਿਉਂ ਦਿੱਲੀ ਅਸੀਂ ਜਾਂਦੇ ਰਹਿੰਦੇ ਸਾਂ। ਉੱਥੋਂ ਮੈਂ ਕਈਆਂ ਤੋਂ ਪੁੱਛਿਆ ਵੀ ਇਹ ਜਿਹੜਾ ਚੱਲਦਾ ਪਿਆ ਅੱਜ ਉਹ ਐਜੀਟੇਸ਼ਨ ਜਿਹਾ ਉਹ ਕਿੱਥੇ ਵੇ। ਉਹਨਾਂ ਆਖਿਆ ਜੰਤਰ ਮੰਤਰ। ਇੱਕ ਬੰਦੇ ਤੋਂ ਮੈਨੂੰ ਪਤਾ ਲੱਗ ਗਿਆ। ਜੰਤਰ ਮੰਤਰ ਦਾ ਮੈਨੂੰ ਪਤਾ ਹੀ ਸੀ, ਬੰਗਲਾ ਸਾਹਿਬ ਦੇ ਨੇੜੇ ਵੇ, ਕਨਾਟ ਪਲੇਸ ਤੋਂ। ਜਦੋਂ ਮੈਂ ਕਨਾਟ ਪਲੇਸ ਪਾਲਿਕਾ ਬਾਜ਼ਾਰ ਮੈਂ ਪਾਰ ਹੀ ਕਰਦਾ ਪਿਆ ਸਾਂ, ਪਿੱਛੋਂ 5-6 ਮੁੰਡੇ ਮੇਰੇ ਬਰਾਬਰ ਤੇ ਆ ਰਲੇ ਤੇ ਉਹ ਬੜੀ ਸਪੀਡ ਹੀ ਸਨ। ਮੈਂ ਵੀ ਬੜੀ ਸਪੀਡ ਤੇ ਜਾਂਦਾ ਪਿਆ ਸਾਂ। ਬਸ ਅਸੀਂ ਭੱਜੇ ਜਾਂਦੇ ਸਾਂ। ਉਹ ਮੇਰੇ ਤੋਂ ਡਰਨ ਵੀ, ਪਤਾ ਨਹੀਂ ਇਹ ਸਰਦਾਰ ਜੀ ਸਾਡੇ ਨਾਲ ਕਿਉਂ ਮਤਲਬ ਨਾਲ ਬਰਾਬਰ ਤੇ ਚੱਲ ਰਹੇ ਨੇ, ਸ਼ਾਇਦ ਕੋਈ CID ਵਾਲਾ ਨਾ ਬੰਦਾ ਹੋਵੇ। ਉੱਥੋਂ ਉਹਨਾਂ ਫੋਨ ਤੇ ਲੋਕੇਸ਼ਨ ਵੇਖੀ ਤੇ ਉਹਨਾਂ ਜਾਣਿਆ ਕਿ ਉੱਥੋਂ ਜੰਤਰ ਮੰਤਰ ਤੋਂ ਪੁਲਿਸ ਨੇ ਉਹਨਾਂ ਨੂੰ ਭਜਾ ਦਿੱਤਾ ਹੈ। ਤੇ ਵੀ ਹੁਣ ਦੁਬਾਰਾ ਕਿੱਧਰ ਨੇ? ਹੁਣ ਜੀ ਇੱਥੇ ਹੀ ਕਨਾਟ ਪਲੇਸ ਦੇ ਦੂਜੀ ਸਾਈਡ ਤੇ ਨੇ, ਜਿੱਧਰ ਪੁਲਿਸ ਵਾਲੇ ਟੋਕਰੀਆਂ ਜਿਹੀਆਂ ਲੈ ਕੇ ਖਲੋਤੇ ਸਨ ਨਾ ਆਪਣੀ ਸੇਫਟੀ ਵਾਸਤੇ। ਤੇ ਪਰਲੇ ਪਾਸੇ ਇੱਕ ਬੱਸ ਖਲੋਤੀ ਸੀ। ਜੋਸ਼ ਇੰਨਾ ਸੀ, ਅਸੀਂ ਉਹਨਾਂ ਦੀ ਬੈਕ ਸਾਈਡ ਤੋਂ ਜਿਹੜੇ ਟੋਕਰੀਆਂ ਲੈ ਕੇ ਪੁਲਿਸ ਵਾਲੇ ਖਲੋਤੇ ਹਨ, ਬੜਾ ਡਰਾਵਣਾ ਜਿਹਾ ਮਾਹੌਲ ਬਣਾ ਕੇ ਮਤਲਬ ਡਾਂਗਾਂ ਤੇ ਆਪਣਾ ਹਥਿਆਰ ਵਗੈਰਾ ਵੀ ਉਹਨਾਂ ਦੇ ਵਿੱਚੋਂ ਹੀ ਲੰਘ ਗਏ ਸੀ। ਉਹਨਾਂ ਦੇ ਸਾਹਮਣੇ ਜਾ ਕੇ ਨਾਅਰੇ ਮਾਰਨ ਲੱਗ ਪਏ। ਇੱਕ ਬੱਸ ਅੱਗੇ ਖਲੋਤੀ ਹੋਈ ਸੀ, ਇੱਕ ਬੰਦਾ ਪਹਿਲਾਂ 2 ਨਾਅਰੇ ਮਾਰਨ ਡਿਆ ਸੀ, ਵਿੱਚ 6-7 ਜਣੇ ਹੋ ਗਏ। ਸਾਨੂੰ ਉਹਨਾਂ ਫੜ ਕੇ ਬੱਸ 'ਚ ਚੜਾ ਕੇ ਛਾਤਰਸਾਲ ਸਟੇਡੀਅਮ ਵਿੱਚ ਲੈ ਗਏ। ਸਾਡੇ ਤੋਂ ਪਹਿਲਾਂ ਸਿਰਫ 50 ਕੋਈ ਬੰਦੇ ਸਨ। ਉਸ ਐਡੀਟੇਸ਼ਨ ਵਿੱਚੋਂ, ਉਸ ਅੰਦੋਲਨ ਵਿੱਚੋਂ, ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚੋਂ ਨਿਕਲਿਆ ਕੀ? ਕਿਹਨੇ ਜਨਮ ਲਿਆ? BJP ਨੇ। BJP ਤੋਂ ਕੀ ਮਿਲਿਆ? ਐਜ ਏ ਸਿੱਖ ਮੈਂ ਗੱਲ ਕਰ ਰਿਹਾ, ਕਿੰਨੇ ਹੀ ਗੁਰਦੁਆਰੇ ਢਾਹ ਦਿੱਤੇ ਗਏ। ਬਾਹਰ ਦੋ ਜਾਂ 3 4 ਸਟੇਟਾਂ ਵਿੱਚ, 4 ਸਟੇਟਸ ਵਿੱਚ ਜਿਹੜੀ ਜ਼ਮੀਨ ਲਾਲ ਬਹਾਦਰ ਸ਼ਾਸਤਰੀ ਦੇ ਟਾਈਮ ਤੇ ਅਲਾਟ ਹੋਈ ਸੀ ਸਿੱਖਾਂ ਨੂੰ ਵੀ ਇਹ ਆਬਾਦ ਕਰਨਗੇ, ਉਹਨਾਂ ਨੂੰ ਉਹਦੇ ਤੋਂ ਬੇਦਖਲ ਕਰਕੇ ਬੇਘਰ ਕਰਨ ਦੇ ਮਨਸੂਬੇ ਘੜੇ ਗਏ। ਇਹ ਮਿਲਿਆ ਮੈਨੂੰ BJP ਤੋਂ। ਫਿਰ ਮੈਂ ਆਮ ਆਦਮੀ ਪਾਰਟੀ, ਸੋਚਿਆ ਵੀ ਚਲੋ ਇਮਾਨਦਾਰ ਪਾਰਟੀ ਹੈ। ਮੈਂ ਦਿੱਲੀ ਤੱਕ ਵੀ ਇਹਨਾਂ ਦੀ ਸਪੋਰਟ ਤੇ ਗਿਆ, ਕਰਨਾਲ ਵੀ ਸਪੋਰਟ ਕੀਤੀ ਜਦੋਂ ਹਰਿਆਣੇ ਵਿੱਚ ਇਲੈਕਸ਼ਨ ਸੀ। ਉਹਦੇ ਵਿੱਚੋਂ ਕੀ ਨਿਕਲਿਆ? ਇੱਕ ਮਾਫੀ ਮੈਨ, ਇੱਕ ਸੌਰੀ ਮੈਨ ਨਿਕਲਿਆ, ਇੱਕ ਫਿਰਕਾ ਪ੍ਰਸਤ ਨਿਕਲਿਆ। ਹੁਣ ਇਸ ਤੋਂ ਅਗਲਾ ਪ੍ਰਸ਼ਨ ਉੱਠਦਾ ਹੈ, ਇਹੀ ਦਰਦ ਸਭ ਸਿੱਖਾਂ ਦਾ ਹੈ, ਭਾਵੇਂ ਕੋਈ ਰਾਜਨੀਤੀ 'ਚ ਆਇਆ, ਭਾਵੇਂ ਕੋਈ ਨਹੀਂ ਆਇਆ। ਇਹੀ ਚਿੰਤਾ ਹਰ ਸਿੱਖ ਦੀ ਏ। ਅਸੀਂ ਜਾਈਏ ਤੇ ਕਿੱਥੇ ਜਾਈਏ? ਸਿੱਖ ਕਰਨ ਤੇ ਕੀ ਕਰਨ? ਗੁਰਸਿੱਖੋ ਧਿਆਨ ਨਾਲ ਸੁਣ ਲਓ।
ਸਿੱਖਾਂ ਨੂੰ ਕਿਧਰੇ ਵੀ ਜਾਣ ਦੀ ਲੋੜ ਨਹੀਂ। ਸਿੱਖਾਂ ਨੂੰ ਕਰਨ ਦੀ ਲੋੜ ਹੈ ਤੇ ਕੀ ਕਰਨ ਦੀ ਲੋੜ ਹੈ? ਸਿੱਖ ਸਿਰਫ ਸਿੱਖ ਬਣ ਜਾਣ। ਹੁਣ ਮੈਂ ਕਹਾਂਗਾ ਵੀ ਸਿੱਖ ਕਹੋਗੇ ਵੀ ਸਿੱਖ ਸਿੱਖ ਬਣ ਜਾਣ, ਇਹ ਕੀ ਤਰ੍ਹਾਂ ਨਹੀਂ। ਮੈਂ ਇਹ ਕਹਿ ਰਿਹਾ ਵਾਂ ਸਿੱਖ ਅਖਵਾਉਣ ਵਾਲੇ ਸਿੱਖ ਬਣ ਜਾਣ ਔਰ ਸਿੱਖ ਹੀ ਬਣੇ ਰਹਿਣ। ਆਪਣੇ ਅੰਦਰ ਝਾਤੀ ਮਾਰੋ, ਅਸੀਂ ਸਿੱਖ ਹਾਂ ਜਾਂ ਸਿਰਫ ਸਿੱਖ ਅਖਵਾਉਣ ਵਾਲੇ ਹੀ ਹਾਂ। ਅਗਲੀਆਂ ਜਿੰਨੀਆਂ ਵੀ ਕਥਾਵਾਂ ਮੈਂ ਕਰਾਂਗਾ ਨਾ, ਉਹ ਮਾਲਕ ਕਰਵਾਏਗਾ। ਉਸ ਗੁਰਬਾਣੀ ਦੀ ਕਸਵੱਟੀ ਆਪਣੇ ਆਪ ਤੇ ਲਾ ਕੇ ਆਪਣੇ ਆਪ ਨੂੰ ਚੈੱਕ ਆਪ ਹੀ ਕਰ ਲਿਆ ਜੇ। ਇਹਨਾਂ ਹੀ ਸ਼ਬਦਾਂ ਨਾਲ ਗੁਸਤਾਖੀ ਦੀ ਮਾਫੀ ਮੰਗਦਾ ਹੋਇਆ ਮੈਂ ਫਤਿਹ ਬੁਲਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।